ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦਾ ਧੰਨਵਾਦ ਜਿਸ ਨੇ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ। ਸੋ ਰੱਬ ਦੇ ਪਿਆਰਿਓ, ਆਓ ਅੱਜ ਅਸੀਂ ਫਿਰ ਤੋਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੋ ਕਿ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਤੇ ਮੇਰੇ ਤੇ ਪ੍ਰਗਟ ਕੀਤੀਆਂ। ਤੇ ਮੈਂ ਚਾਹੁੰਦਾ ਹਾਂ ਇਹ ਗੱਲਾਂ ਤੁਹਾਡੇ ਲਈ ਵੀ ਨੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਦਾ ਵਚਨ ਸਭ ਦੇ ਲਈ ਹੈ। ਸੋ ਇਸ ਲਈ ਅੱਜ ਰੱਬ ਦੇ ਪਿਆਰਿਓ, ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਇੱਕ ਇਨਸਾਨ ਦੇ ਜੀਵਨ ਦੇ ਵਿੱਚੋਂ, ਜਿਸ ਦਾ ਨਾਮ ਸੀ ਸਾਊਲ, ਜੋ ਕਿ ਇਜ਼ਰਾਈਲ ਦਾ ਰਾਜਾ ਸੀ। ਉਸ ਦੇ ਜੀਵਨ ਦੇ ਬਾਰੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ, ਜੋ ਕਿ ਸਾਊਲ ਇੱਕ ਬਿਨਯਾਮੀਨ ਗੋਤਰ ਦੇ ਵਿੱਚੋਂ ਸੀ ਤੇ ਜਿਸ ਨੂੰ ਪਰਮੇਸ਼ਰ ਨੇ ਚੁਣਿਆ ਤੇ ਇਜ਼ਰਾਈਲ ਦੇ ਵਿੱਚ ਉਸ ਨੂੰ ਰਾਜਾ ਬਣਾਇਆ। ਪਰ ਕੁਝ ਕਾਰਨਾਂ ਦੇ ਕਾਰਨ, ਕੁਝ ਗੱਲਾਂ ਦੇ ਕਾਰਨ, ਕੁਝ ਪਾਪਾਂ ਦੇ ਕਾਰਨ ਉਹਦੀ ਜ਼ਿੰਦਗੀ ਵਿੱਚ ਹੋਈਆਂ ਘਟਨਾਵਾਂ ਜੋ ਕਿ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ। ਔਰ ਉਹ ਆਪਣੇ ਗੁਨਾਹਾਂ ਦੇ ਕਾਰਨ ਕੀ ਹੋਇਆ, ਆਪਣੇ ਅਹੁਦੇ ਤੋਂ, ਆਪਣੇ ਰਾਜ ਭਾਗ ਤੋਂ ਅਤੇ ਪਰਮੇਸ਼ਰ ਦੀ ਨਿਗਾਹ ਤੋਂ ਉਹ ਡਿੱਗ ਪਿਆ ਅਤੇ ਪਰਮੇਸ਼ਰ ਵੀ ਉਸ ਦਾ ਵੈਰੀ ਹੋਇਆ। ਤੇ ਅੱਜ ਅਸੀਂ ਉਹਦੇ ਜੀਵਨ ਚੋਂ ਸਿੱਖਾਂਗੇ ਕਿ ਜੇਕਰ ਅੱਜ ਅਸੀਂ ਵੀ ਮਸੀਹ ਦੇ ਵਿੱਚ ਚੱਲਦੇ ਉਹਦੀ ਚਾਲ ਚੱਲਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਹਦੇ ਤਰ੍ਹਾਂ ਹੀ ਹੋ ਸਕਦਾ ਹੈ, ਕਿਉਂਕਿ ਪਰਮੇਸ਼ਰ ਸਦਾ ਇੱਕੋ ਜਿਹਾ ਪਰਮੇਸ਼ਰ ਹੈ। ਸੋ ਪਹਿਲੇ ਜੋ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹਾਂਗਾ, ਪਹਿਲਾ ਸਮੂਏਲ ਉਹਦਾ 21 ਅਧਿਆਇ ਤੋਂ 24 ਅਤੇ 26 ਅਤੇ 28 ਅਤੇ 31 ਅਧਿਆਇ ਵਿੱਚੋਂ, ਜਿਹਦੇ ਵਿੱਚੋਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਜਦੋਂ ਇੱਕ ਬੰਦਾ ਪਰਮੇਸ਼ਰ ਦੀ ਨਿਗਾਹ ਚੋਂ ਡਿੱਗ ਕੇ ਦੁਸ਼ਟਤਾ ਦੇ ਵਿੱਚ ਪੈ ਜਾਂਦਾ ਹੈ, ਦੁਸ਼ਟਪੁਣਾ ਕਰਦਾ, ਦੁਸ਼ਟ ਗੱਲਾਂ ਕਰਦਾ, ਬਾਈਬਲ ਦੇ ਵਿੱਚ ਲਿਖਿਆ ਧੰਨ ਹੈ ਉਹ ਬੰਦਾ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਤੇ ਦੁਸ਼ਟ ਦਾ ਮਤਲਬ ਕੀ ਹੈ, ਇੱਕ ਪਾਪੀ ਤੇ ਦੁਸ਼ਟ ਦਾ ਮਤਲਬ ਕੀ ਹੈ। ਜਦੋਂ ਅਸੀਂ ਪਹਿਲਾ ਜ਼ਬੂਰ ਪੜ੍ਹਦੇ ਹਾਂ, ਜ਼ਬੂਰਾਂ ਦੀ ਪੋਥੀ ਪਹਿਲਾ ਅਧਿਆਇ, ਉਹਦੇ ਵਿੱਚ ਲਿਖਿਆ ਕਿ ਧੰਨ ਹੈ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਤੇ ਨਾ ਪਾਪੀਆਂ ਦੀ ਮੰਡਲੀ ਵਿੱਚ ਖੜਾ ਰਹਿੰਦਾ। ਦੁਸ਼ਟ ਦਾ ਮਤਲਬ ਇਹ ਹੈ ਕਿ ਜੋ ਕਿ ਪਾਪ ਨੂੰ ਜਾਣਨ ਤੋਂ ਬਾਅਦ ਵੀ, ਪਰਮੇਸ਼ਰ ਦੇ ਵਚਨ ਨੂੰ ਜਾਣਨ ਤੋਂ ਬਾਅਦ ਵੀ ਪਾਪ ਕਰਦਾ, ਉਸ ਨੂੰ ਦੁਸ਼ਟ ਕਿਹਾ ਜਾਂਦਾ ਹੈ। ਪਰ ਜਿਸ ਨੂੰ ਖੁਦਾ ਦਾ ਵਚਨ ਪਤਾ ਨਹੀਂ, ਜਿਸ ਨੂੰ ਪਰਮੇਸ਼ਰ ਬਾਰੇ ਪਤਾ ਨਹੀਂ ਅਤੇ ਉਹ ਪਾਪ ਕਰਦਾ, ਉਹ ਗਲਤੀਆਂ ਕਰਦਾ, ਉਸ ਨੂੰ ਪਾਪੀ ਕਿਹਾ ਜਾਂਦਾ। ਤੇ ਬਾਈਬਲ ਦੱਸਦੀ ਹੈ ਪਰਮੇਸ਼ਰ ਪਾਪੀਆਂ ਨੂੰ ਪਿਆਰ ਕਰਦਾ, ਤੇ ਜਦੋਂ ਕੋਈ ਪਾਪੀ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ ਤੇ ਛੱਡ ਦਿੰਦਾ ਹੈ ਤੇ ਪਰਮੇਸ਼ਰ ਵੀ ਵਫਾਦਾਰ ਹੈ ਉਸ ਨੂੰ ਧਰਮੀ ਬਣਾਉਣ ਦੇ ਲਈ। ਤੇ ਲੇਕਿਨ ਜਦੋਂ ਕੋਈ ਬੱਚਾ ਪਰਮੇਸ਼ਰ ਦੇ ਵਚਨ ਨੂੰ ਜਾਣਨ ਤੋਂ ਬਾਅਦ ਪਾਪ ਕਰਦਾ ਹੈ, ਜਾਣ ਬੁੱਝ ਕੇ ਪਾਪ ਕਰਦਾ ਹੈ, ਉਸ ਨੂੰ ਦੁਸ਼ਟ ਕਿਹਾ ਜਾਂਦਾ ਤੇ ਉਸ ਦੇ ਵਿੱਚ ਦੁਸ਼ਟਤਾ ਦੀ ਆਤਮਾ ਆਉਂਦੀ ਹੈ ਤੇ ਉਸ ਨੂੰ ਸ਼ੈਤਾਨ ਇਸਤੇਮਾਲ ਕਰਦਾ ਹੈ। ਜਿਸ ਬੰਦੇ ਨੂੰ ਪਰਮੇਸ਼ਰ ਦੀ ਪਵਿੱਤਰ ਆਤਮਾ ਇਸਤੇਮਾਲ ਕਰਦੀ ਹੈ, ਉਸ ਬੰਦੇ ਨੂੰ ਫਿਰ ਸ਼ੈਤਾਨ ਦੀ ਦੁਸ਼ਟ ਆਤਮਾ ਇਸਤੇਮਾਲ ਕਰਨ ਲੱਗ ਜਾਂਦੀ ਹੈ। ਤੇ ਜਦੋਂ ਸ਼ੈਤਾਨ ਦੀ ਆਤਮਾ, ਦੁਸ਼ਟ ਆਤਮਾ ਉਸ ਨੂੰ ਇਸਤੇਮਾਲ ਕਰਦੀ ਹੈ ਤੇ ਉਹ ਪਰਮੇਸ਼ਰ ਦੇ ਵੀ ਵਿਰੁੱਧ ਚੱਲਣਾ ਸ਼ੁਰੂ ਕਰ ਦਿੰਦਾ। ਜਿਸ ਤਰ੍ਹਾਂ ਕਿ ਅਸੀਂ ਪਹਿਲੀ ਗੱਲ ਅਸੀਂ ਦੇਖਾਂਗੇ ਕਿ ਉਹ ਜਿਹੜਾ ਦੁਸ਼ਟ ਬੰਦਾ ਹੋ ਜਾਂਦਾ, ਪਰਮੇਸ਼ਰ ਦੇ ਵਚਨ ਨੂੰ ਜਾਣਨ ਤੋਂ ਬਾਅਦ ਵੀ ਪਾਪ ਕਰਦਾ। ਤੇ ਜਿਸ ਤਰ੍ਹਾਂ ਸਾਊਲ ਇੱਕ ਰਾਜਾ ਸੀ, ਉਸਨੇ ਨਾ ਤਾਂ ਸਾਮੂਏਲ ਨਬੀ ਦੀ ਗੱਲ ਮੰਨੀ ਤੇ ਉਸ ਤੋਂ ਬਾਅਦ ਜਿਸ ਦਾਊਦ ਨੂੰ ਪਰਮੇਸ਼ਰ ਨੇ ਚੁਣਿਆ ਅਤੇ ਉਹਦੇ ਨਾਲ ਰਹਿੰਦਾ ਸੀ, ਸਭ ਕੁਝ ਉਹਨੂੰ ਲੜਾਈਆਂ ਉਹਨੇ ਜਿਤਾਈਆਂ ਅਤੇ ਕੁਝ ਜਾਜਕਾਂ ਨੂੰ ਸਾਊਲ ਨੇ ਆਪਣੇ ਹੱਥੀ ਮਾਰਿਆ, ਦਾਊਦ ਦਾ ਵੈਰੀ ਬਣਿਆ ਤੇ ਸਾਮੂਏਲ ਦੀ ਕੋਈ ਗੱਲ ਨੂੰ ਉਸਨੇ ਨਹੀਂ ਮੰਨਿਆ। ਜੋ ਪਰਮੇਸ਼ਰ ਨੇ ਉਸਨੂੰ ਕਿਹਾ ਸੀ ਉਸ ਤੋਂ ਵਿਰੁੱਧ ਚੱਲਿਆ। ਤਾਂ ਕੀ ਹੁੰਦਾ ਕਿ ਬੰਦਾ ਪਰਮੇਸ਼ਰ ਦੇ ਵਿਰੁੱਧ ਚੱਲਦਾ ਹੈ, ਜਦੋਂ ਦੁਸ਼ਟਤਾ ਆ ਜਾਂਦੀ ਹੈ ਤਾਂ ਕੀ ਹੁੰਦੀ ਹੈ, ਉਹ ਪਰਮੇਸ਼ਰ ਤੇ ਪਰਮੇਸ਼ਰ ਦੇ ਲੋਕਾਂ ਦੇ ਵਿਰੁੱਧ ਚੱਲਦਾ, ਉਹਨਾਂ ਦੀ ਗੱਲ ਨਹੀਂ ਮੰਨਦਾ, ਉਹਨਾਂ ਦੀ ਆਗਿਆ ਟਾਲਦਾ ਤੇ ਉਹਨਾਂ ਦੇ ਜਾਨਾਂ ਤੇ ਪ੍ਰਾਣ ਦਾ ਵੀ ਵੈਰੀ ਹੋ ਜਾਂਦਾ। ਸੋ ਇਸੇ ਤਰ੍ਹਾਂ ਦੂਸਰੀ ਗੱਲ, ਉਹ ਬਾਰ-ਬਾਰ ਉਹੀ ਗਲਤੀ ਕਰਦਾ ਤੇ ਪਛਤਾਉਂਦਾ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਊਲ ਨੇ ਬਾਰ-ਬਾਰ ਦਾਊਦ ਦੇ ਉੱਤੇ ਵਾਰ ਕੀਤਾ, ਪਰ ਦਾਊਦ ਨੇ ਬਾਰ-ਬਾਰ ਉਸਨੂੰ, ਉਹਦੇ ਪ੍ਰਾਣਾਂ ਨੂੰ ਬਖਸ਼ਿਆ। ਜਿਸ ਤਰ੍ਹਾਂ ਕੀ ਕੀਤਾ ਕਿ ਦਾਊਦ ਨੇ ਗੁਫਾ ਦੇ ਵਿੱਚ ਕੀ ਕੀਤਾ, ਸਾਊਲ ਦੀ ਨੌਕਰ ਦਾ ਇੱਕ ਕੱਪੜਾ ਕੱਟਿਆ ਤੇ ਉਸਨੂੰ ਕਿਹਾ ਕਿ ਦੇਖ, ਪਰਮੇਸ਼ਰ ਨੇ ਤੈਨੂੰ ਅੱਜ ਮੇਰੇ ਹੱਥਾਂ ਵਿੱਚ ਦੇ ਦਿੱਤਾ ਸੀ, ਪਰ ਫਿਰ ਵੀ ਮੈਂ ਤੇਰੇ ਪ੍ਰਾਣਾਂ ਨੂੰ ਨਹੀਂ ਲਿਆ, ਮੈਂ ਤੇਰੇ ਤੇ ਵਾਰ ਨਹੀਂ ਕੀਤਾ। ਮੇਰੇ ਸੈਨਿਕਾਂ ਨੇ, ਮੇਰੇ ਲੋਕਾਂ ਨੇ ਕਿਹਾ ਕਿ ਅੱਜ ਹੀ ਤੂੰ ਸਾਊਲ ਨੂੰ ਮਾਰ ਦੇ, ਜਿਹੜਾ ਕਿ ਤੈਨੂੰ ਪਰੇਸ਼ਾਨ ਕਰਦਾ, ਜਿਹਦੇ ਕਾਰਨ ਤੂੰ ਰਾਜ ਮਹਿਲ ਦੇ ਵਿੱਚੋਂ ਬਾਹਰ ਜੰਗਲਾਂ ਦੇ ਵਿੱਚ ਦਰ ਭਟਕਦਾ ਫਿਰਦਾ ਹੈ। ਉਸੇ ਸਾਊਲ ਨੂੰ ਅੱਜ ਪਰਮੇਸ਼ਰ ਨੇ ਤੇਰੇ ਹੱਥ ਵਿੱਚ ਦੇ ਦਿੱਤਾ ਹੈ ਤੇ ਅੱਜ ਤੂੰ ਇਸ ਨੂੰ ਮਾਰ ਦੇ। ਪਰ ਫਿਰ ਵੀ ਦਾਊਦ ਨੇ ਉਸ ਨੂੰ
ਨਹੀਂ ਮਾਰਿਆ ਤੇ ਦਾਊਦ ਨੇ ਉਸ ਨੂੰ ਦੱਸਿਆ ਕਿ ਦੇਖ ਪਰਮੇਸ਼ਰ ਨੇ ਤੈਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਸੀ, ਪਰ ਫਿਰ ਵੀ ਮੈਂ ਤੈਨੂੰ ਨਹੀਂ ਮਾਰਿਆ। ਤੇ ਸਾਊਲ ਉਸ ਸਮੇਂ ਪਛਤਾਉਂਦਾ ਦਾਊਦ ਨੂੰ, ਕਹਿੰਦਾ ਕਿ ਮੈਥੋਂ ਹੇ ਮੇਰੇ ਪੁੱਤਰ ਮੈਥੋਂ ਗਲਤੀ ਹੋਈ, ਮੈਨੂੰ ਮਾਫ ਕਰ। ਲੇਕਿਨ ਦੁਬਾਰਾ ਫਿਰ ਉਹ ਦਾਊਦ ਦੇ ਪ੍ਰਾਣਾਂ ਦਾ ਵੈਰੀ ਹੋ ਜਾਂਦਾ ਹੈ, ਦੁਬਾਰਾ ਫਿਰ ਉਹੀ ਗਲਤੀ ਕਰਦਾ ਤੇ ਦੁਬਾਰਾ ਫਿਰ ਪਛਤਾਉਂਦਾ ਕਿ ਦਾਊਦ ਮੇਰੇ ਪੁੱਤਰ ਮੈਥੋਂ ਗਲਤੀ ਹੋਈ। ਇਸੇ ਤਰ੍ਹਾਂ ਰੱਬ ਦੇ ਪਿਆਰੇ, ਤੀਸਰੀ ਗੱਲ, ਉਹ ਬੰਦਾ ਆਪਣੇ ਅਹੁਦੇ ਅਤੇ ਪਰਮੇਸ਼ਰ ਦੀ ਨਿਗਾਹ ਤੋਂ ਡਿੱਗ ਪੈਂਦਾ ਹੈ। ਜਿਸ ਤਰ੍ਹਾਂ ਸਾਊਲ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਉਸ ਨੂੰ ਚੁਣਿਆ ਤੇ ਉਸ ਨੂੰ ਇਜ਼ਰਾਈਲ ਦਾ ਰਾਜਾ ਬਣਾਇਆ। ਪਰਮੇਸ਼ਰ ਨੇ ਉਸ ਨੂੰ ਚੁਣਿਆ, ਪਰਮੇਸ਼ਰ ਦੇ ਨਾਲ ਰਹਿੰਦਾ ਰਿਹਾ, ਆਸ-ਪਾਸ ਦੇ ਰਾਜਿਆਂ ਦੇ ਉੱਤੇ ਉਹਨੂੰ ਜਿੱਤ ਦਿੱਤੀ। ਬਿਨਯਾਮੀਨ ਗੋਤਰ ਦਾ ਬੰਦਾ, ਸਭ ਤੋਂ ਛੋਟੇ ਗੋਤਰ ਦਾ ਬੰਦਾ ਸੀ, ਪਰਮੇਸ਼ਰ ਨੇ ਉਸ ਨੂੰ ਸਭ ਤੋਂ ਉੱਪਰ ਕੀਤਾ। ਪਰ ਫਿਰ ਵੀ ਜਦੋਂ ਉਸਨੇ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਤੇ ਪਰਮੇਸ਼ਰ ਦੀ ਨਿਗਾਹ ਚੋਂ ਡਿੱਗਿਆ ਤੇ ਉਸ ਤੋਂ ਰਾਜ ਭਾਗ ਖੋਇਆ ਗਿਆ, ਉਹ ਰਾਜੇ ਦੀ ਅਹੁਦੇ ਤੋਂ ਡਿੱਗ ਪਿਆ। ਸੋ ਇਸੇ ਤਰ੍ਹਾਂ ਚੌਥੀ ਗੱਲ ਜੋ ਕਿ ਅਸੀਂ ਸਾਊਲ ਦੀ ਜ਼ਿੰਦਗੀ ਦੇ ਵਿੱਚ ਸਿੱਖਦੇ ਹਾਂ ਕਿ ਜਿਸ ਗੁਨਾਹ ਨੂੰ ਬੰਦਾ ਖਤਮ ਕਰਦਾ, ਉਹੀ ਗੁਨਾਹ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ। ਜਿਸ ਤਰ੍ਹਾਂ ਕਿ ਬਾਈਬਲ ਦੇ ਵਿੱਚ ਜਦ ਅਸੀਂ ਪੜ੍ਹਦੇ ਹਾਂ ਪਹਿਲਾ ਸ਼ਮੂਏਲ 28 ਅਧਿਆਇ ਉਹਦੇ 3 ਵਚਨ ਦੇ ਵਿੱਚ ਕਿ ਸਾਊਲ ਨੇ ਜਿੰਨੇ ਵੀ ਪੁੱਛਾਂ ਕੱਢਣ ਵਾਲੇ ਜਾਂ ਭੂਤ ਪ੍ਰੇਤ ਜਾਂ ਚੇਲੇ ਸਿਆਣਿਆਂ ਨੂੰ ਆਪਣੇ ਦੇਸ਼ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ, ਤਵੀਤ ਧਾਗੇ ਪਾਉਣ ਵਾਲਿਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ। ਪਰ ਅੰਤਿਮ ਸਮੇਂ ਕੀ ਹੋਇਆ? ਜਦੋਂ ਪਰਮੇਸ਼ਰ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ ਤੇ ਉਸਨੇ ਜਿਸ ਪੁੱਛਾਂ ਕੱਢਣ ਵਾਲਿਆਂ ਨੂੰ, ਤਾਂਤਰਿਕਾਂ ਨੂੰ ਆਪਣੇ ਰਾਜ ਵਿੱਚੋਂ ਖਤਮ ਕੀਤਾ ਸੀ, ਉਹਨਾਂ ਕੋਲ ਹੀ ਦੁਬਾਰਾ ਆਪ ਗਿਆ ਤੇ ਉਹਨਾਂ ਕੋਲੋਂ ਪੁੱਛਾਂ ਕਢਵਾਈਆਂ ਤੇ ਉਹਨਾਂ ਅੱਗੇ ਦੰਡਵਤ ਕਰਨਾ ਸ਼ੁਰੂ ਕਰ ਦਿੱਤਾ। ਠੀਕ ਇਸੇ ਤਰ੍ਹਾਂ ਕੀ ਹੁੰਦਾ ਜਦੋਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਇਨਸਾਨ ਡਿੱਗ ਪੈਂਦਾ ਤੇ ਦੁਸ਼ਟਤਾ ਕਰਦਾ ਹੈ ਤੇ ਉਹ ਜਿਸ ਪਾਪ ਦੇ ਉੱਤੇ ਉਹਨੇ ਫਤਿਹ ਪਾਈ ਹੁੰਦੀ ਆ, ਉਸੇ ਪਾਪ ਨੂੰ ਉਹ ਦੁਬਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ ਅਗਲੀ ਗੱਲ ਰੱਬ ਦੇ ਪਿਆਰੇ, ਉਹ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦਾ ਹੈ। ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹੋ ਬਿਨਯਾਮੀਨ ਗੋਤਰ ਇੱਕ ਅਜਿਹਾ ਗੋਤਰ ਸੀ ਕਿ ਜਿਸ ਦਾ ਕੋਈ ਵੀ ਨਿਸ਼ਾਨਾ ਚੁੱਕਦਾ ਨਹੀਂ ਸੀ। ਉਹ ਤੀਰ ਅੰਦਾਜ਼ ਦੇ ਵਿੱਚ, ਭਾਲਾ ਚਲਾਉਣ ਦੇ ਵਿੱਚ ਨੰਬਰ 1 ਤੇ ਸੀ। ਉਹਨਾਂ ਦੇ ਬਿਨਯਾਮੀਨ ਗੋਤਰ ਦੇ ਵਿੱਚ ਇਹੀ ਖਾਸੀਅਤ ਹੁੰਦੀ ਸੀ ਕਿ ਉਹਨਾਂ ਦਾ ਨਿਸ਼ਾਨਾ ਕਦੇ ਵੀ ਚੁੱਕਦਾ ਨਹੀਂ ਹੈ। ਪਰ ਸਾਊਲ ਨੇ ਕਿੰਨੇ ਵਾਰ ਦਾਊਦ ਦੇ ਉੱਤੇ ਭਾਲਾ ਚਲਾਇਆ, ਪਰ ਹਰ ਵਾਰ ਉਹਦਾ ਵਾਰ ਖਾਲੀ ਗਿਆ, ਉਹਦਾ ਨਿਸ਼ਾਨਾ ਚੁੱਕਣ ਲੱਗਾ। ਠੀਕ ਇਸੇ ਤਰ੍ਹਾਂ ਫਿਰ ਜਦੋਂ ਅਸੀਂ ਦੁਸ਼ਟਤਾ ਕਰਦੇ ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਨਿਸ਼ਾਨੇ, ਜਿਸ ਨਿਸ਼ਾਨੇ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਜਿਸ ਕੰਮ ਨੂੰ ਅਸੀਂ ਚੰਗੀ ਤਰ੍ਹਾਂ ਜਾਣਦਾ, ਉਸੇ ਤਰ੍ਹਾਂ ਉਨਾ ਹੀ ਜ਼ਿਆਦਾ ਵਿਗੜ ਜਾਂਦਾ। ਠੀਕ ਇਸੇ ਤਰ੍ਹਾਂ ਰੱਬ ਦੇ ਪਿਆਰੇ, ਅਗਲੀ ਗੱਲ ਹੈ ਕਿ ਜਿਸ ਦੁਸ਼ਮਣ ਤੋਂ ਅਸੀਂ ਜਿੱਤੇ ਹੁੰਦੇ ਹਾਂ, ਉਸੇ ਦੁਸ਼ਮਣ ਤੋਂ ਬੰਦਾ ਹਾਰ ਜਾਂਦਾ ਹੈ। ਸਾਊਲ ਫਲਿਸਤੀਆਂ ਤੋਂ ਜਿੱਤਿਆ, ਦਾਊਦ ਦੇ ਦੁਆਰਾ ਪਰਮੇਸ਼ਰ ਨੇ ਸਾਊਲ ਨੂੰ ਫਲਿਸਤੀਆਂ ਦੇ ਉੱਤੇ ਫਤਿਹ ਦਿੱਤੀ, ਗੋਲੀਅਤ ਨੂੰ ਮਾਰਿਆ। ਪਰ ਅੰਤਿਮ ਸਮੇਂ ਅਸੀਂ ਜਦ ਦੇਖਦੇ ਹਾਂ 31 ਅਧਿਆਇ ਦੇ ਵਿੱਚ, ਉਹਨਾਂ ਫਲਿਸਤੀਆਂ ਦੇ ਹੱਥੋਂ ਹੀ ਸਾਊਲ ਮਾਰਿਆ ਗਿਆ। ਠੀਕ ਇਸੇ ਤਰ੍ਹਾਂ ਜਦੋਂ ਇਨਸਾਨ ਮਸੀਹ ਦੇ ਵਿੱਚ ਆਉਂਦਾ ਅਤੇ ਜਿਸ ਪਾਪ ਦੇ ਉੱਤੇ ਉਸਨੇ ਫਤਿਹ ਪਾਈ ਹੁੰਦੀ ਹੈ, ਪਰ ਜਦੋਂ ਦੁਸ਼ਟਤਾ ਵਿੱਚ ਚਲਾ ਜਾਂਦਾ, ਉਸੇ ਪਾਪ ਨੂੰ ਕਰਵਾ ਕੇ ਹੀ ਸ਼ੈਤਾਨ ਉਹਨੂੰ ਮੌਤ ਦੇ ਘਾਟ ਉਤਾਰਦਾ ਤੇ ਪਰਮੇਸ਼ਰ ਤੋਂ ਦੂਰ ਕਰ ਦਿੰਦਾ ਹੈ। ਸੋ ਇਹ ਰੱਬ ਦੇ ਪਿਆਰਿਓ, ਪਹਿਲਾ ਸ਼ਮੂਏਲ 17 ਅਧਿਆਇ ਉਹਦਾ 50 ਵਚਨ ਅਤੇ ਪਹਿਲਾ ਸ਼ਮੂਏਲ ਉਹਦਾ 31 ਅਧਿਆਇ ਦੇ ਵਿੱਚ ਅਸੀਂ ਇਹ ਚੀਜ਼ ਨੂੰ ਪੜ੍ਹ ਸਕਦੇ ਹਾਂ। ਅਗਲੀ ਗੱਲ ਹੈ, ਯਹੋਵਾ ਦੀ ਵੱਲੋਂ ਉਸ ਨੂੰ ਕੋਈ ਉੱਤਰ ਨਹੀਂ ਆਉਂਦਾ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਪਰਮੇਸ਼ਰ ਦੇ ਕੋਲੋਂ ਬਾਰ-ਬਾਰ ਉੱਤਰ ਲੈਣ ਦਾ ਮਾਰਿਆ ਗਿਆ। 28 ਅਧਿਆਇ ਦੀ 6 ਆਇਤ ਵਿੱਚ ਪੜ੍ਹਦੇ ਹਾਂ ਤੇ ਜਦੋਂ ਪਰਮੇਸ਼ਰ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ, ਉਹਨੇ ਜੋ ਪੁੱਛਾਂ ਕੱਢਣ ਵਾਲੀ ਸੀ, ਤਾਂਤਰਿਕ ਸੀ, ਉਸਦੇ ਕੋਲ ਗਿਆ, ਉਹਦੇ ਅੱਗੇ ਅਰਜ਼ ਕੀਤੀ ਕਿ ਮੈਨੂੰ ਉੱਤਰ ਦੱਸ, ਮੈਂ ਫਲਿਸਤੀਆਂ ਦੇ ਉੱਤੇ ਕਿਵੇਂ ਫਤਿਹ ਪਾਵਾਂ, ਮੈਂ ਯੁੱਧ ਨੂੰ ਕਿਵੇਂ ਲੜਾਂ, ਕਿਵੇਂ ਜਿੱਤਾਂ। ਪਰ ਰੱਬ ਦੇ ਪਿਆਰੇ, ਪਰਮੇਸ਼ਰ ਦੀ ਵੱਲੋਂ ਉਹਨੂੰ ਕੋਈ ਉੱਤਰ ਨਹੀਂ ਮਿਲਿਆ। ਨਾ ਕਿਸੇ ਨਬੀ ਨੇ ਉਹਦੀ ਮਦਦ ਕੀਤੀ ਤੇ ਨਾ ਹੀ ਉਹ ਪੁੱਛਾਂ ਕੱਢਣ ਵਾਲੀ ਉਹਦੀ ਮਦਦ ਕਰ ਸਕੀ। ਸੋ ਅਗਲੀ ਗੱਲ ਹੈ ਰੱਬ ਦੇ ਪਿਆਰਿਓ, ਯਹੋਵਾ ਖੁਦ ਦੁਸ਼ਮਣ ਬਣ ਜਾਂਦਾ ਹੈ। ਜਦੋਂ ਸਾਊਲ ਨੇ ਸ਼ਮੂਏਲ ਦੀ ਆਤਮਾ ਨੂੰ ਬੁਲਵਾਇਆ, ਪਹਿਲਾ ਸ਼ਮੂਏਲ 28 ਦੀ 16 ਵਿੱਚ,
ਤਾਂ ਸਮੂਏਲ ਨੇ ਕਿਹਾ ਕਿ ਪਰਮੇਸ਼ਰ ਖੁਦ ਹੀ ਤੇਰਾ ਵੈਰੀ ਬਣ ਚੁੱਕਾ ਹੈ ਤੇ ਮੈਂ ਤੈਨੂੰ ਕਿੱਦਾਂ ਬਚਾ ਸਕਦਾ। ਠੀਕ ਇਸੇ ਤਰ੍ਹਾਂ ਰੱਬ ਦੇ ਪਿਆਰੇ, ਜਦੋਂ ਅਸੀਂ ਦੁਸ਼ਟਤਾ ਵਿੱਚ ਚਲੇ ਜਾਂਦੇ, ਪਾਪੀ ਨਹੀਂ ਦੁਸ਼ਟ ਨੂੰ ਦੀ ਗੱਲ ਕਰ ਰਹੇ ਹਾਂ, ਦੁਸ਼ਟਤਾ ਦੇ ਵਿੱਚ ਜਦ ਚਲੇ ਜਾਂਦੇ ਆ ਤੇ ਪਰਮੇਸ਼ਰ ਉਸ ਬੰਦੇ ਦਾ ਖੁਦ ਵੈਰੀ ਹੋ ਜਾਂਦਾ ਹੈ। ਤੇ ਜਿਸ ਦਾ ਵੈਰੀ ਪਰਮੇਸ਼ਰ ਹੋ ਜਾਵੇ, ਅਗਰ ਸ਼ੈਤਾਨ ਤੁਹਾਡਾ ਵੈਰੀ ਹੈ ਤੁਸੀਂ ਬਚ ਸਕਦੇ ਹੋ ਕਿਉਂਕਿ ਯਹੋਵਾ ਤੁਹਾਡੇ ਨਾਲ ਹੋਏਗਾ। ਅਗਰ ਇਨਸਾਨ ਤੁਹਾਡਾ ਵੈਰੀ ਹੈ ਤਾਂ ਤੁਸੀਂ ਬਚ ਸਕਦੇ ਹੋ ਕਿਉਂਕਿ ਯਹੋਵਾ ਤੁਹਾਡੇ ਨਾਲ ਹੈ। ਪਰ ਰੱਬ ਦੇ ਪਿਆਰੇ, ਜੇਕਰ ਯਹੋਵਾ ਹੀ ਤੁਹਾਡੇ ਵਿਰੁੱਧ ਹੈ ਤਾਂ ਤੁਹਾਨੂੰ ਕੋਈ ਵੀ ਇਨਸਾਨ ਬਚਾ ਨਹੀਂ ਸਕਦਾ। ਠੀਕ ਇਸੇ ਤਰ੍ਹਾਂ ਅਗਲੀ ਔਰ ਲਾਸਟ ਗੱਲ, ਯਹੋਵਾ ਬਰਕਤਾਂ ਖੋ ਕੇ ਇੱਕ ਦੂਸਰੇ ਨੂੰ ਦੇ ਦਿੰਦਾ ਹੈ। ਸੋ ਰੱਬ ਦੇ ਪਿਆਰੇ, ਅਸੀਂ ਦੇਖਦੇ ਹਾਂ ਕਿ ਜਦੋਂ ਸਾਊਲ ਨੂੰ ਸਮੂਏਲ ਨੇ ਕਿਹਾ ਕਿ ਦੇਖ, ਤੇਰੇ ਰਾਜ ਤੇਰੀਆਂ ਬਰਕਤਾਂ ਪਰਮੇਸ਼ਰ ਨੇ ਖੋ ਕੇ ਤੇਰੇ ਪੜੋਸੀ ਨੂੰ ਦੇ ਦਿੱਤੀਆਂ, ਜ਼ਿਆਦਾਤਰ ਉਸ ਪੜੋਸੀ ਨੂੰ ਜਿਸ ਨੂੰ ਕਿ ਤੂੰ ਆਪਣਾ ਵੈਰੀ ਮੰਨਦਾ ਹੈ, ਜਿਸ ਦੇ ਪ੍ਰਾਣਾਂ ਦੀ ਤੂੰ ਜਾਨ ਲੈਣਾ ਚਾਹੁੰਦਾ ਹੈ, ਪਿੱਛੇ ਪਿਆ ਹੋਇਆ, ਉਹਨੂੰ ਮਾਰਨਾ ਚਾਹੁੰਦਾ, ਉਸੇ ਪੜੋਸੀ ਨੂੰ ਤੇਰੇ ਸਾਹਮਣੇ ਖੜਾ ਕੀਤਾ, ਉਸੇ ਦਾਊਦ ਨੂੰ ਤੇਰੇ ਅੱਗੇ ਖੜਾ ਕੀਤਾ। ਠੀਕ ਇਸੇ ਤਰ੍ਹਾਂ ਰੱਬ ਦੇ ਪਿਆਰੇ, ਜਿਸ ਦੇ ਨਾਲ ਅਸੀਂ ਖੁੰਸ ਰੱਖਦੇ ਹਾਂ ਉਸੇ ਬੰਦੇ ਨੂੰ ਪਰਮੇਸ਼ਰ ਸਾਡੀ ਨਿਗਾਹ ਦੇ ਵਿੱਚ ਖੜਾ ਕਰ ਦਿੰਦਾ ਤੇ ਸਾਡੀਆਂ ਹੀ ਬਰਕਤਾਂ ਉਸ ਦੇ ਹੱਥਾਂ ਵਿੱਚ ਦੇ ਦਿੰਦਾ। ਠੀਕ ਇਸੇ ਤਰ੍ਹਾਂ ਰੱਬ ਦੇ ਪਿਆਰੇ, ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਧਨ ਹੈ ਉਹ ਆਦਮੀ, ਧਨ ਔਰ ਜੋ ਧਰਮੀ ਹੈ ਉਹ ਪਰਮੇਸ਼ਰ ਦੀ ਵਿਵਸਥਾ ਵਿੱਚ ਮਗਨ ਰਹਿੰਦਾ। ਇਸੇ ਲਈ ਰੱਬ ਦੇ ਪਿਆਰੇ, ਸਾਨੂੰ ਪਰਮੇਸ਼ਰ ਦੀ ਵਿਵਸਥਾ ਵਿੱਚ ਚੱਲਦੇ ਰਹਿਣਾ ਚਾਹੀਦਾ। ਪਹਿਲਾ ਅਧਿਆਏ ਯਹੋਸ਼ੂਆ ਦਾ, ਉਹਦੀ 1 ਅਧਿਆਏ ਦੇ ਵਿੱਚ ਲਿਖਿਆ, ਪਰਮੇਸ਼ਰ ਨੇ ਕਿਹਾ ਇਹ ਵਿਵਸਥਾ ਦੀ ਪੋਥੀ ਤੇਰੇ ਮੁਖ ਚੋਂ ਕਦੀ ਵੱਖਰੀ ਨਾ ਹੋਵੇ। ਅਗਰ ਵਿਵਸਥਾ ਦੀ ਪੋਥੀ ਤੇਰੇ ਮੁਖ ਦੇ ਉੱਤੇ ਹੈ ਤੇ ਇਸ ਤੋਂ ਸੱਜੇ ਖੱਬੇ ਨਾ ਮੁੜੇਗਾ, ਤੇਰਾ ਰਾਹ ਸਫਲ ਹੋਏਗਾ ਤੇ ਤੇਰਾ ਬੋਲ ਬਾਲਾ ਹੋਏਗਾ ਤੇ ਯਹੋਵਾ ਖੁਦ ਤੇਰੇ ਨਾਲ ਚੱਲੇਗਾ। ਠੀਕ ਇਸੇ ਤਰ੍ਹਾਂ ਰੱਬ ਦੇ ਪਿਆਰੇ, ਆਓ ਅਸੀਂ ਅੱਜ ਸਾਡੇ ਕੋਲ ਸਮਾਂ ਹੈ ਕਿ ਆਪਣੀ ਦੁਸ਼ਟਤਾ ਨੂੰ, ਪਰਮੇਸ਼ਰ ਦੇ ਵਚਨ ਨੂੰ ਜਾਣਨ ਤੋਂ ਬਾਅਦ ਵੀ ਗੁਨਾਹ ਕੀਤੇ ਇਸ ਨੂੰ ਦੁਸ਼ਟਤਾ ਕਹਿੰਦੇ ਆ, ਇਸ ਦੁਸ਼ਟਤਾ ਨੂੰ ਆਪਣੀ ਜ਼ਿੰਦਗੀ ਵਿੱਚੋਂ ਖਤਮ ਕਰੋ। ਪਰਮੇਸ਼ਰ ਵਫਾਦਾਰ ਹੈ। ਪਹਿਲਾ ਯਹੂਨਾ ਦੇ 1:7 ਵਿੱਚ ਲਿਖਿਆ ਪਰਮੇਸ਼ਰ ਵਫਾਦਾਰ ਹੈ ਅਗਰ ਜੇਕਰ ਤੁਸੀਂ ਆਪਣੇ ਗੁਨਾਹਾਂ ਨੂੰ ਮੰਨਦੇ ਹੋ ਤਾਂ। ਆਈਏ ਮਿਲ ਕੇ ਦੁਆ ਕरें। ਮਹਾਨ ਸਾਮਰਥੀ ਪਰਮੇਸ਼ਰ ਖੁਦਾਵੰਦ, ਆਪਣੇ ਲੋਕਾਂ ਨੂੰ ਵੱਡੀ ਆਸ਼ੀਸ਼ ਦੇ, ਬਰਕਤ ਦੇ ਅਤੇ ਦੁਸ਼ਟਤਾ ਦੀ ਆਤਮਾ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ, ਗੁਨਾਹ ਦੀ, ਪਾਪ ਦੀ, ਖੁਦਾਵੰਦ ਘਮੰਡ ਦੀ ਆਤਮਾ, ਖੁਦਾਵੰਦ ਪਰਮੇਸ਼ਰ ਮਸੀਹਾ ਅਣ ਆਗਿਆਕਾਰੀ ਦੀ ਆਤਮਾ, ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਦੀ ਸਜ਼ਾ ਅਣ ਆਗਿਆਕਾਰੀ ਦੇ ਪੁੱਤਰਾਂ ਤੇ ਪੈਂਦੀ ਹੈ। ਪ੍ਰਭੂ ਜੀ, ਆਪਣੇ ਬੇਟੇ ਔਰ ਬੇਟੀ ਨੂੰ ਛੂ ਅਤੇ ਲਹੂ ਨਾਲ ਮਾਸਾ ਕਰ ਅਤੇ ਹਰ ਇੱਕ ਦੁਸ਼ਟਤਾ ਤੋਂ, ਹਰ ਇੱਕ ਗੁਨਾਹ ਤੋਂ ਇਹਨਾਂ ਨੂੰ ਆਜ਼ਾਦ ਕਰ। ਪ੍ਰਾਰਥਨਾ ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। God bless you all.